ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ। ਮਹਾਰਾਜ ਜੀ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣ ਦਾ ਉਪਦੇਸ਼ ਦਿੰਦੇ। ਰਾਜੇ ਕਮਲ ਨੈਣ ਦੇ ਪਾਸ ਮਹਾਰਾਜ ਜੀ ਰਹਿ ਦੇ ਰਾਜਾ ਡੰਡੌਤ ਕਰਦਾ, ਪ੍ਰਦਖਣਾ ਕਰਕੇ ਚਰਨਾਂ ਤੇ ਢਹਿ ਪਿਆ। ਆਖਦਾ ਗੁਰੂ ਜੀ ਆਦਿ ਅੰਤ ਤੁਮਾਰਾ ਹੀ ਧਿਆਨ ਹੋਵੇ। ਗੁਰੂ ਨਾਨਕ ਸਾਹਿਬ ਜੀ ਆਖਿਆ ਤੁਸੀਂ ਸਦਾ ਹੀ ਡੋਲ ਰਹੋਗੇ। ਫਿਰ ਗੁਰੂ ਨਾਨਕ ਜੀ ਸਮੇਰ ਪਰਬਤ ਨੂੰ ਚੱਲੇ, ਮਰਦਾਨੇ ਅਰਦਾਸ ਕੀਤੀ, ਗੁਰੂ ਜੀ ਤੈਂ ਸਭ ਧਰਤੀ ਦੇਖੀ, ਏਡੀਆਂ ਜਗ੍ਹਾ ਦੇਖੀਆਂ, ਪਰ ਜੀ ਤੁਰਕ ਆਖਦੇ ਮੱਕੇ ਦੀ ਜ਼ਿਆਰਤ ਦਾ ਬਹੁਤ ਫਾਇਦਾ ਹੈ। ਉਹ ਮੱਕਾ ਕਿਤ ਵੱਲ ਹੈ, ਉਹ ਵੀ ਮੈਨੂੰ ਜ਼ਿਆਰਤ ਕਰਾਓ। ਗੁਰੂ ਨਾਨਕ ਸਾਹਿਬ ਜੀ ਆਖਿਆ ਮਰਦਾਨਿਆਂ ਦਾ ਪੱਛਮ ਵੱਲ, ਪਰ ਗੁਰੂ ਜੀ ਆਖਿਆ ਭਾਈ ਬਾਲਾ ਚੱਲੋ, ਪਹਿਲਾਂ ਮਰਦਾਨੇ ਨੂੰ ਮੱਕਾ ਦਿਖਾਈਏ। ਕਿਉਂ ਜੋ ਵਾਸ਼ਨਾ ਫੇਰ ਜਨਮ ਲੈ ਆਉਂਦੀ ਹੈ, ਔਰ ਸਰੀਰ ਦਾ ਵਸਾ ਕੋਈ ਨਹੀਂ। ਉਧਰ ਵੀ ਜਾਣਾ, ਤਦ ਮਰਦਾਨੇ ਦੀ ਵਾਸ਼ਨਾ ਉੱਠੀ ਹੈ। ਆਪ ਵੀ ਇਸ ਕੋ ਜ਼ਿਆਰਤ ਮੱਕੇ ਦੀ ਕਰਾਈਏ। ਮੈਂ ਆਖਿਆ ਗੁਰੂ ਜੀ ਜਿਵੇਂ ਤੁਹਾਡੀ ਰਜਾਏ। ਗੁਰੂ ਨਾਨਕ ਸਾਹਿਬ ਜੀ ਲਾਲੋ ਪਾਸੋਂ ਚੱਲੇ ਉੱਤਰਾਖੰਡ ਦੀ ਉਦਾਸੀ ਨੂੰ। 1 ਮਹੀਨਾ ਕਸ਼ਮੀਰ ਰਹੇ, ਫਿਰ ਬੰਗਾਲੇ ਵਿੱਚ 2 ਅਸਰਾਪੁਰ, ਵਲਾਇਤ ਦਿਨੀ 15 ਗਏ, ਕੌਡੇ ਪਾਸ ਦਿਨ 7 ਰਹੇ। ਅੱਗੇ ਮਹੀਨੇ ਡੇਢ ਨੂੰ ਬਿਸ਼ੰਬਰਪੁਰ ਗਏ, 2 ਵਰੇ 7 ਮਹੀਨੇ ਸੁਦਰਸੈਨ ਪਾਸ ਰਹੇ। ਫਿਰ 19 ਮਹੀਨੇ ਮਦਰਬੈਨ ਪਾਸ ਰਹੇ। ਫਿਰ ਦੇਵਗੰਧਾਰ ਨੂੰ ਜਾਂਦੇ ਦਿਨ 70 ਰਹੇ, 9 ਮਹੀਨੇ ਦੇਵਲੋਧ ਪਾਸ ਰਹੇ। ਫਿਰ ਪਰਸਨਾਮਾ ਸ਼ਹਿਰ ਨੂੰ ਚੱਲੇ, 3 ਮਹੀਨੇ ਜਾਂਦਿਆਂ ਲੱਗੇ। ਫਿਰ 1 ਮਹੀਨਾ ਬਣ ਮਾਨੂਆ ਪਾਸ ਰਹੇ। ਫਿਰ ਸਵਰਨਪੁਰ ਚੱਲੇ, 7 ਮਹੀਨੇ 13 ਦਿਨ ਜਾਂਦਿਆਂ ਲੱਗੇ। ਫਿਰ 15 ਮਹੀਨੇ ਕਮਲ ਨੈਣ ਪਾਸ ਰਹੇ। ਇੰਨੀ ਮੁੱਦਤ ਗੁਜ਼ਰੀ ਸੀ 6 ਵਰੇ ਅਤੇ ਮਹੀਨੇ 7 ਦਿਨ 30 ਸਾਰੇ ਟੋਟਲ ਲੱਗੇ। ਜੋ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਆਖਿਆ ਮਰਦਾਨਿਆਂ ਕੀ ਵੇਖਣਾ ਚਾਹਣਾ। ਆਰਬਲਾ ਗੁਰੂ ਬਾਬੇ ਜੀ ਦੀ ਵਰਿਆ ਪੌਣਿਆਂ 39 ਦੀ, ਦਾੜਾ ਗੁਰੂ ਜੀ ਦਾ ਅੱਛੀ ਚਾਪ ਵਾਸਾ, ਮੱਥੇ ਤੇ ਲਾਲੀ ਜੋਤ ਨਿਰੰਕਾਰ ਦੀ। ਇਹ ਗੱਲ ਕਰਦਿਆਂ ਮਰਦਾਨੇ ਤੋਂ ਪੁੱਛਿਆ ਤੇ ਹੱਸ ਕੇ ਮਰਦਾਨੇ ਆਖਿਆ ਗੁਰੂ ਜੀ ਤੁਰਕ ਮੱਕੇ ਦੀ ਤਾਰੀਫ ਬੜੀ ਕਰਦੇ ਨੇ, ਉਹ ਦਿਖਾਓ ਤਾਂ ਭਲਾ। ਗੁਰੂ ਨਾਨਕ ਸਾਹਿਬ ਜੀਆਂ ਦੇ ਮਰਦਾਨਿਆਂ ਉਹਦਾ ਕਿਧਰੇ ਪਰੇ ਦੂਰ ਰਿਹਾ। ਮਰਦਾਨੇ ਆਖਿਆ ਹਿੰਦੂਆਂ ਨੂੰ ਜਾਣ ਵੀ ਨਹੀਂ ਦਿੰਦੇ। ਮਰਦਾਨੇ ਆਖਿਆ ਜੀ ਤੁਹਾਡੇ ਅੱਗੇ ਕੁਝ ਦੂਰ ਨਹੀਂ, ਤੁਹਾਡੀ ਤਾਂ ਇੱਕ ਪਲਕ ਹੈ। ਗੁਰੂ ਨਾਨਕ ਸਾਹਿਬ ਜੀ ਆਖਿਆ ਮਰਦਾਨਿਆਂ ਇੱਥੋਂ 2500 ਯੋਜਨ ਕੋਹਾਂ ਤੇ ਹੈ। ਮਰਦਾਨੇ ਆਖਿਆ ਜੀ ਤੁਹਾਡੀਆਂ ਤਾਂ 2.5 ਪਲਕਾਂ ਨੇ, ਅਤੇ ਤੂੰ ਤਾਂ ਕਹਿੰਦਾ ਹਿੰਦੂਆਂ ਨੂੰ ਜਾਣ ਨਹੀਂ ਦਿੰਦੇ, ਤੈਨੂੰ ਕੌਣ ਮਨਾ ਕਰਦਾ।
गुरु नानक साहब जी आख्या भला मरदाना तेरा आख्या साथों फेरिया नहीं जाता, असां तां पहला समेर नूं लै जाना सी, पर चल तैनूं मक्के लै चलदे आ। नसीहतनामा बाबे नानक जी का शाह शरफ दे काजी रुकन दीन नाल होया। राग तलंग गुज छत राह सलवात, अवतार पैगंबरा है बिल्कुल सफात। रहाओ एको एक खुदाए है, हैवान नबात बेचून बेच गूण है। तिस जन्म मरण ना जात, होए खौफ खुदाए दा। मुखों अलाए ताक, ला इला इला गोबिंद नानक खलप अल। घर रसालियां दे गावना बाबे जी तमाम आलम तारने दे निमित्त भेख उदासी दा धार के सारी धरती दी सैल कीती। सबना ठौरां विखे अपने आसन मुकाम थापे। एक दिन शहर बिदर दखण दिशा अंदर बाबा नानक जी बैठा। हाजी मक्के दी हज नूं चले। मरदाने रबाबी अरदास कीती, सच्चे पातशाह ये हाजी मक्के मदीने दी हज नूं चले ने, क्यों जो मक्का मदीना खुदाए दा घर है। जो कोई मक्के मदीने दी हज करदा सो खुदाए वल आउंदा। जे हुक्म होवे तां हाँ भी मक्के मदीने दा हज कर आवां। तां बाबा नानक बोलिया, जो मरदाना मक्का मदीना ये देह अंदर है, मेहर आउंदी है तां घर ही बैठा मक्के मदीने दा हज करदा। बजुर्ग वार दानशवंद सदिंदा। बाबे नानक सलोक बोलिया, सलोक मुकाम मक्का मन मदीना, सिर मसला मस्तक मसीत, नक कबर बाजू वाराना इमाम। कलमा माला कुरान जवान, तमाम अंग शीश शी हरफी कायदा अल्फ बेपशान। रूह अजाइस कम बका दात, नैन नबी करन काबा, हथ हजरत पैर रसूल। नानक ऐसा अमल जो करे, सो दरगह पवै कबूल। जाए बचन बाबे जी बोलिया। मरदाना विस्माद होकर चुप कर रहा। फिर बाबे बोलिया, मरदानिया ये आदमी अपना अंदर सुध अदे अपने आप नूं पछाणे तां सब कुछ इहो है, पर ये दुनिया दे लालच भुला फिरदा अपना आप भुला दिता। सौ मिर्ग दी नाभि विच कस्तूरीआ झाड़ा नूं सुंघदा। फिर मरदाने अरदास कीती, सच्चे पातशाह जी जो तेरे दिल आउंदी सोई करो। फिर बाबे बोलिया, जो मरदाना तू भी सच आखदा है। जोगे फकीरां नूं देश परदेश देखना भला है, असां भी मक्का मदीना देखांगे। एक दो सुखन काजी रुकन दीन नाल मजहब दे भी करने ने। एक दिन बाबा जी ते मरदाना मक्के दी हज नूं उठ चले। जा दूजी मंजिल गए, चार हाजी और एक फकीर शाह शरफ राह विच इन्हां नूं मिले। शाह शरफ देख के फकीरी दियां पेमदां वल्लों हैरान हो गया। हाजियां नूं कहन लगा, जे तुसी खड़े हो तां इस फकीर पासों फकीरी का सवाल करते हैं। जे फकीरी का जवाब दुरुस्त दिता फिर तो कामल फकीर है। जे इस फकीरी का जवाब दुरुस्त ना दिता, ये बस्तर किस्म फकीरी दी सारी खो लवांगे। शाह शरफ बाबे नानक जी पास आया। आगे कहन लगा, रे भाई तुम कौन होते हो? बाबे जी बोलिया, सुन ऐल दरवेश अवार पुछना फकीरी तकसीर है किस वास्ते, जो फकीर दुनिया कोलों ना उमैद है। शाह शरफ हैरान हो के चुप कर रहा। शाह शरफ मन विच आख्या, ये भाई फकीरी दे फिरके विच कामल है, जिन्हें ऐसा जवाब फकीरी का दिता। फिर पुछदे आ, देखा क्या करेगा। सवाल शाह शरफ, अवल फकीरी अवल शुमारा, मैं परसमई सुख नरा जवाब बदे। दरवेश
अवल फकीरी चीसत, आखिर फकीरी चीसत, खाना फकीरी चीसत, कुलद फकीरी चीसत, तकदील फकीरी चीसत, मकबरे फकीरी चीसत, गंज फकीरी चीसत, रेशम फकीरी चीसत, खिरका फकीरी चीसत, कफनी फकीरी चीसत, फौड़ी फकीरी चीसत, जामा फकीरी चीसत, वसला फकीरी चीसत, सैली फकीरी चीसत, किश्ती फकीरी चीसत, मुतबका फकीरी चीसत। हर एक सवाल रा जवाब बदे आका मल शाह। अवल फकीरी बना अस, आखिर फकीरी बका अस, खाना फकीरी मुसलम अस, कुलद फकीरी खामोशी अस, कदील फकीरी अजदी बंदगी अस, मकबरे फकीरी हलीमी अस, गंज फकीरी पाए बोसी अस, तरीकी फकीरी बेदारी अस, जो जन फकीरी अकल अस, रेशम फकीरी दीदार अस, लुकमा फकीरी सबूर अस, खिरका फकीरी रास्ती अस, कफनी फकीरी जिंदा मुर्दा अस, धुआं फकीरी मनंद पाश खुर्द हकाक अस, फोड़ी फकीरी खाक रोबी अस, जामा फकीरी हर के आयद आराम हासल कुणदवा कुशाद अस, सैली फकीरी बरदा पेश मुर्शदास्त, किश्ती फकीरी रोए गर्दा अजर जहान, वसला फकीरी जामन सैप साहिद करा मात अस, दर मेहरव केर पुरमा मरु अस, मुक्ति फकीरी मन बसका कासा नशनी अस, अगर कसे बई तरीका अमल कुनंद आ कामल फकीरी अस, वाइला ला लुकमे फकीरी अस, राय दंदरा फकीरी चागम करदास। तद फिर शाह शरफ जो सवाल कुजामनी जवाबी यामनी। तब फिर शाह शरफ पुछया चेसत मनी जवाब, बाबे नानक आख्या भी एक धनी एक धनी। फिर शाह शरफ पुछया सवाल शुमा में पुरुषम ऐल जवाब, बगो दरवेश बेहंद कुल शुमार मजब अस। जवाब नानक शाह जो मनुआ मुंडे तब वली कहाए, बिन मन मुंडे जुगत न पाए। मूंड काट गुरे आगे धरे, मन मत त्याग गुरमत लै धरे। मन मडाए होए सब रेना, जो बैरागी परखे गुर बैना। मन मडाए किए गरभाई, को विरला गुरमुख मन मुडाई। स्वाद स्नेद ममता सब तजियं, कौ नानके बिद कुलै पहरियं। ता फिर शाह शरफ पुछया समाम परस अहल जवाब, बगो दरवेशा खिरका शुमा चिमा जवाब अस्त। जवाब नानक शाह पीर मत मरीद रहनं, कफनी टोब मन शब्द गहनं। बहुता दरियाओ किए बरेती, सहज घर बैठा ता सिक्ख्या देती। हरग सो कीना असारं, पैर कफनी दुष्टा बेदारं। सुन घर लै वस्ती बसाई, तो कफनी टोपी की जुगत पाई। कुटुंब छोड़ हुआ केला, पैर कफनी नानक भया सुहेला। फिर शाह शरफ ने सवाल पुछया मैं तुहा पुरसम जवाब, बगो बिहावल दरवेशा कपीन समाज मजब अस। जवाब नानक शाह गुर शब्द दीख्या मन सैब गहनं। पंच इंद्रियां दृढ़ अटल रहनं, दृष्टि बंद भरमा ठहरानं। दसवें द्वार ताला तड़ामं, 68 हट ताड़ करनं। बनिंदे मत गुर हरि चोटं, हे बिद नानक पहर बो लंगोटं। तावर शाह शरफ ने पूछया सवाल तुम्हारे पुरजम जवाब, बगो ऐल दरवेश पाश पापोश। पापोश तुमाज मजब अस्त देहंद,
जवाब नानक शाह सर्व ज्ञान में निस्तरीतं पावक पवन जात मन कीतं धर्म तरवर की रहतं रहनं काटन मोदना मन में महनं दरियाओ सलारी तब करी आडी भगत कर लियो साखी ए महाकर रहो पहनंग जात पापूस ब्रह्म होए रहनंग बिन ब्रह्म कीने तापो पापोश त्यागै कहो नानक ओ तिड़ा लागै फकर कहावै बांधे द्वारा माया संग करे पसारा फकर कहावे पकड़े लाठी ओ पकड़ नाही अमर का साथी फकर कहावे पैरे पैजार ओ सो ओ की जाने फकीरी की सार फकर कहावे पकड़े वासा टूक पकड़ की बंधे आसा फकर कहावे कपड़े हंडावे ओ फकीरी गिर समाए समावे फकर कहावे कमर तलवार फकीरी नहीं ओ मनसबदार फकर होए सुख आसन चढ़े ता समान टूट ही पड़े फकर कहावै सिर दस्तार ओ फकर कर हर हरफ मैं खुआर फकर कहावै चढ़े तुरंग सर गर्दान माया के संग फकर कहावै करे सवाल महा जंजाली सदा जंजाल फकरा का मुझहर पानी पान दल दसार मता आवा गौन इतनिया फकीरां थी गिरही भला नानक खैर कमावे सफल फला। फिर शाह शरद सवाल किया है बाबा नानक जी ये जड़े फकीरी दे वस्त्र पहनते और फकीरी का भेख करके अपने आप को वड्डा कहाउंदे वो इस तरह फकीरी हासिल ना हुई ना गिरही ना उदासी कुराई रहा पर एक अवर हमारे मन में बात रही जो तेरे वस्त्र फकीरी ने उन्हां दी सब खासियत दसो ता हमारी निशा होवे। ता बाबे नानक आख्या सुनो शाह शरफ फकीर पहला फकीरी अंदर चाहिदी फकीरी ऐसी होवे भावें गृहस्थ में रहे भावें उदासी में होवे फकीर होवे अमल गृहस्थियां दे करे लिबास फकीरी दा करे मूंड मंडाउणा और टोपी करनी लंगोटी पहननी तब इसके वस्त्र तौबा तौबा कर उठदे और कहंदे हे हैवान खुदाए दे जे तू सानू पहनना तां क्यों पहनदा और जिसके असी वस्त्र आ जे उन्ना जिहा होवें तां सानू पैर। तब टोपी बोली सुनो हैवान खुदाए दे जे टोपी पहननी है सिर मडाउणा ਉਹ ਬਾਲਕਿਆਂ ਦਾ ਕੰਮ ਹੈ ਬਾਲਕ ਦੀ ਭਾਂਤ ਮਨ ਹੋਵੇ ਤਾਂ ਮੈਨੂੰ ਪਹਿਨ ਸਿਆਣਾ ਹੋਵੇ ਤਾਂ ਨਾ ਪਹਿਨ ਸਿਰ ਅਜਾਬ ਚੜੀਗਾ ਔਰ ਬੌੜ ਕਫਨੀ ਬੋਲੀ ਜੋ ਵੇ ਬੰਦੇ ਖੁਦਾਏ ਦੇ ਜੋ ਤੂੰ ਮੈਨੂੰ ਪਹਿਨਦਾ ਕਿਉਂ ਪਹਿਨਦਾ ਜੋ ਮੈਂ ਕਫਨੀ ਹਾਂ ਉਹ ਮੁਰਦੇ ਦਾ ਪਹਿਨਣਾ ਜੇ ਜਿਉਂਦਿਆਂ ਮੋਇਆ ਰਹੇ ਫਿਰ ਤਾਂ ਮੈਨੂੰ ਪਹਿਨ ਜੇ ਕੋਈ ਦੁਨੀਆ ਦੀ ਹਿਰਸ ਮਨ ਵਿੱਚ ਹੈ ਫਿਰ ਮੈਨੂੰ ਨਾ ਪੈਣ ਮੈਨੂੰ ਪੈਰ ਗ੍ਰਸਥ ਵਿੱਚ ਹੀ ਰਹੋ। ਬੌੜੋ ਫੌੜੀ ਬੋਲੀ ਸੁਣੋ ਵੇ ਬੰਦੇ ਖੁਦਾਏ ਦੇ ਜੇ ਤੂੰ ਮੈਨੂੰ ਹੱਥ ਲੈਂਦਾ ਕਿਉਂ ਲੈਂਦਾ ਜੋ ਮੈਂ ਫੌੜੀ ਹਾਂ ਸੋ ਮਿਸਲ ਗੁਦੜੀ ਦੀ ਹਾਂ ਜੋ ਗੁਦੜੀ ਦੀ ਭਾਂਤ ਹੋਏ ਰਹੇ ਤਾਂ ਧੂਏ ਦੀ ਸੁਆਹ ਨਾਲ ਮਿਲ ਰਹੇ ਬੁਰਾ ਭਲਾ ਸਭ ਹੁੰਜ ਹੱਟੇ ਤਾਂ ਤੂੰ ਮੈਨੂੰ ਹੱਥ ਫੜ ਨਹੀਂ ਤਾਂ ਮੱਤ ਫੜ ਫਿਰ ਧੂਆਂ ਬੋਲਿਆ ਜੋ ਵੇ ਬੰਦੇ ਖੁਦਾਏ ਦੇ ਜੇ ਤੂੰ ਮੱਤ ਜਲਾ ਜੇ ਤੂੰ ਆਪਣੇ ਪੰਜ ਹਵਾਸ ਪਹਿਲਾਂ ਜਲਾਏ ਤਾਂ ਮੈਨੂੰ ਜਲਾ ਨਹੀਂ ਤਾਂ ਮੱਤ ਜਲਾ ਕਿਉਂ ਕਰ ਮੈਂ ਦਿਨ ਰਾਤ ਜਲਦਾ ਰਹਿੰਦਾ ਜੋ ਵੇ ਜਲੇ ਵਾਂਗੂ ਖੁਦਾਏ ਵੱਲ ਹੋਵੇਂ ਤਾਂ ਮੈਨੂੰ ਜਲਾ ਨਹੀਂ ਤਾਂ ਮੱਤ ਜਲਾ ਮੇਰੇ ਹੀ ਵਾਂਗੂ ਸਵਾਹ ਦੀ ਢੇਰੀ ਹੋਏ ਰਹੋ। ਫਿਰ ਡਿੱਬੀ ਬੋਲੀ ਜੇ ਮੀਆਂ ਵੇ ਬੰਦੇ ਖੁਦਾਏ ਦੇ ਜੋ ਮੈਨੂੰ ਹੱਥ ਲੈਂਦਾ ਕਿਉਂ ਲੈਂਦਾ ਹੋਰਨਾਂ ਭਾਂਡਿਆਂ ਦੇ ਮੂੰਹ ਸਿੱਧੇ ਨੇ ਮੇਰਾ ਮੂੰਹ ਆਪਣਾ ਹੈ ਜੇ ਲੋਕ ਜਹਾਨ ਦੇਸ਼ ਵੱਲੋਂ ਮੂੰਹ ਆਪਣਾ ਕਰਕੇ ਰੱਖੇ ਮੈਨੂੰ ਹੱਥ ਲਾ ਨਹੀਂ ਤਾਂ ਮੱਤ ਮੇਰੇ ਨਜ਼ਦੀਕ ਆਵੇ। ਫਿਰ ਇਹ ਚਿੱਪੀ ਨੇ ਬੋਲਿਆ ਫਿਰ ਸਹੇਲੀ ਬੋਲੀ
ਆਵੋ ਬੰਦੇ ਖੁਦਾਏ ਦੇ ਮੈਂ ਬੰਧਨ ਵਰਦੇ ਦਾ ਹਾਂ। ਜੇ ਮੈਨੂੰ ਗੱਲ ਰੱਖਦਾ ਤਾਂ ਆਵੇਂ। ਫਿਰ ਸਹੇਲੀ ਬੋਲੀ, ਜੇ ਮੈਨੂੰ ਗੱਲ ਰੱਖਦਾ ਤਾਂ ਪਹਿਲਾਂ ਮੁਰਸ਼ਦ ਦੇ ਅੱਗੇ ਵਰਦਾ ਹੋ ਰਹੋ। ਜਿੱਧਰ ਤੈਨੂੰ ਚਿੱਤੇ ਤਿੱਧਰ ਤੂੰ ਜਾ, ਉਜਰ ਨਾ ਆਣ ਤਾਂ ਮੈਨੂੰ ਗਾਲ ਪਾ, ਨਹੀਂ ਤਾਂ ਮਤ ਗਾਲ ਪਾਓ। ਫਿਰ ਪਊਏ ਬੋਲੇ, ਵੇ ਬੰਦੇ ਖੁਦਾਏ ਦੇ ਅਸੀਂ ਸੰਗਲ ਬੰਦੀ ਵਾਣਦੇ ਹਾਂ। ਜੇ ਅਸਾਂ ਨੂੰ ਪੈਰੀ ਪਾਏ ਤਾਂ ਪਾਇਆ ਲੋੜੇ, ਤਾਂ ਆਪਣੀ ਦੌੜ ਦਲੀਰ ਦੁਨੀਆ ਦੀ ਵਰਜ ਰੱਖ। ਦਰ ਦਰ ਖੁਆਰ ਨਾ ਹੁੰਦਾ ਫਿਰ ਖੁਦਾਏ ਵੱਲ ਆਓ, ਆਸਣ ਦ੍ਰਿੜ ਕਰਕੇ ਦੇ। ਫਕੀਰੀ ਦੇ ਬਸਰ ਬੋਲੇ, ਬੌੜ ਫਕੀਰੀ ਦਾ ਕਿਆ ਰਾਹ। ਜੋ ਇੱਕ ਵਾਰ ਘਰ ਤਿਆਗ ਨਿਕਲੇ ਫਿਰ ਘਰ ਘਰ ਹੱਥ ਅੱਡੇ ਨਹੀਂ। ਜਾ ਸਬਰ ਦਾ ਗੋਛਾ ਪਕੜ ਕਰ ਬਏ, ਔਰ ਰੱਬ ਵੱਲ ਧਿਆਨ ਲਾਏ। ਇੱਕ ਦਾ ਦਮ ਨਿਕਲਿਆ ਤੇ ਦੌੜਿਆ ਇੱਕ ਖੁਦਾਏ ਮਿਲਿਆ। ਫਿਰ ਜਿਸ ਦੁਨੀਆ ਨੂੰ ਤਰਕ ਨਿਕਲੋ, ਫਿਰ ਉਸ ਦੁਨੀਆ ਦੇ ਲੋਕਾਂ ਅੱਗੇ ਟੁੱਕੜ ਮੰਗਣ ਲੱਗਾ ਤਾਂ ਖੁਦਾਏ ਨਾਲੋਂ ਫਿਰਿਆ ਜਰਦ ਰੋਏ ਹੋਇਆ ਕਿਸੇ ਮਜਲਿਸ ਨਾ ਪਹੁੰਚਿਆ। ਜੇ ਇਹੋ ਜੀ ਫਕੀਰੀ ਕਮਾਵੇਂ ਤਾਂ ਘਰ ਹੀ ਭਲਾ। ਜੇ ਖੁਦਾਏ ਦੇ ਰਾਹ ਚੱਲੇ ਦੁਨੀਆ ਨਾਲੋਂ ਸੁਰਖਰੂ ਹੋਵੇਂ। ਜਦ ਕਦ ਖੁਦਾਏ ਦੇ ਫਕੀਰ ਆਖ ਗਏ ਨੇ, ਜਿਸ ਅੰਦਰ ਫਕੀਰੀ ਕੀਤੀ ਉਹ ਫਕੀਰ ਹੋਇਆ ਖੁਦਾਏ ਨੂੰ ਬਹੁਤਾ। ਤੇ ਜਿਸ ਨੇ ਕੀਤੀ ਜੋ ਸਵਾਂਗੀ ਹੋਇਆ। ਜੈਸੇ ਭਗਤੀਆ ਜੋਗੀ ਦਾ ਸਾਂਗ ਕਰਕੇ ਆਉਂਦਾ, ਉਹ ਜਾਣਦਾ ਜੋ ਜੋਗੀ ਹੈ, ਪਰ ਉਹਦੇ ਲੱਛਣ ਜ਼ਾਹਰ ਕਰਦੇ ਨੇ। ਸਭ ਕੋਈ ਆਖਦਾ ਇਹਦਾ ਭੰਡ ਭਗਤੀਆ ਸੰਗੀ ਹੈ, ਭੇਖ ਜੋਗੀ ਦਾ ਕੀਤਾ। ਤਿਉਂ ਹੀ ਸਿੱਧ ਹੋਵੇ, ਪੀਰ ਹੋਵੇ, ਸੰਤ ਹੋਵੇ, ਮਹਾਂਪੁਰਖ ਭਗਤ ਹੋਵੇ। ਜੇ ਫਕੀਰੀ ਦਾਵੇ ਹੋ ਰਹੇ ਤਾਂ ਸੱਚੀ ਫਕੀਰੀ, ਨਹੀਂ ਤਾਂ ਝੂਠੀ ਫਕੀਰੀ। ਦੀਨ ਦੁਨੀਆ ਵੱਲੋਂ ਗਿਆ, ਪਰ ਇਹ ਗੱਲ ਹੈ ਜੇ ਬੰਦੇ ਦੇ ਹੱਥ ਕੁਝ ਨਹੀਂ। ਜਿਸੇ ਦੇ ਤਿਸੈ ਮੌਲਾ, ਗੱਲਾਂ ਬਾਤ ਨਾ ਜੋਗੀਆਂ। ਪੈਰੀ ਜੋਗ ਨਾ ਪੰਧ, ਤਿੱਥੈ ਅਕਲ ਨਾ ਪੜੈ, ਜਿੱਥੇ ਪ੍ਰੀਆਂ ਦੀ ਸੰਧ। ਫਿਰ ਸ਼ਾਹ ਸਰਬੱਖਿਆ, ਵਾਹ ਵਾਹ ਬਾਬਾ ਨਾਨਕ ਜੀ, ਵਾਹ ਵਾਹ ਤੇਰੀ ਫਕੀਰੀ ਨੂੰ, ਅਤੇ ਵਾਹ ਵਾਹ ਖੁਦਾਏ ਨੂੰ, ਜਿਸ ਦੀਆਂ ਇਹ ਵਡਿਆਈਆਂ ਨੇ। ਫਕੀਰੀ ਦਾ ਨਾਉ ਹੈ ਜੋ ਬਾਬੇ ਨਾਨਕ ਜੀ ਤੁਧ ਕੀਤਾ। ਗੁਰਿਆਈ ਵੀ ਤੇਰੇ ਹੀ ਨਾਂ, ਤੇਰੇ ਹੀ ਲਾਇਕ ਹੈ। ਜੋਧ ਉਹਦਾ ਨਾਉ ਹੈ ਜੋ ਸ਼ੇਖ ਫਰੀਦ ਕੀਤਾ। ਪੀਰੀ ਉਹੀ ਹੈ ਜੋ ਖਵਾਜੇ ਮੋਹਣ ਦੀਨ ਕੀ ਚਿਸ਼ਤੀ ਕੀਤੀ ਹੈ। ਬਾਦਸ਼ਾਹੀ ਉਹੀ ਹੈ ਜੋ ਰਸਾਤਲ ਪਨਾਹ ਕੀਤੀ। ਅਦਲ ਉਹਦਾ ਨਾਂ ਜੋ ਉਮਰ ਖਿਤਾਬ ਕੀਤਾ। ਤਿਆਗ ਉਹੀ ਹੈ ਜੋ ਕਬੀਰ ਭਗਤ ਕੀਤਾ। ਜੋਗ ਉਹੀ ਹੈ ਜੋ ਗੋਰਖਨਾਥ ਕੀਤਾ। ਤਿਆਗ ਉਹੀ ਹੈ ਜੋ ਰਾਜੇ ਭਰਥਰੀ ਕੀਤਾ। ਗੋਪੀ ਚੰਦ ਕੀਤਾ। ਤਪ ਉਹੀ ਹੈ ਜੋ ਰਾਜੇ ਜਨਕ ਕੀਤਾ। ਸੰਨਿਆਸ ਉਹੀ ਹੈ ਜੋ ਦੇਵਦੱਤ ਕੀਤਾ। ਤਪ ਉਹੀ ਹੈ ਜੋ ਲਛਮਣ ਕੀਤਾ। ਜੋਰ ਉਹੀ ਹੈ ਜੋ ਹਨੂਮੰਤ ਵੀਰ ਕੀਤਾ। ਤੇ ਜੁੱਧ ਉਹੀ ਹੈ ਜੋ ਦੈਸਰ ਕੀਤਾ। ਵਿਯੋਗ ਉਹੀ ਹੈ ਜੋ ਰਾਮਚੰਦ ਕੀਤਾ। ਅੱਠ ਉਹੀ ਹੈ ਜੋ ਧਰੂਪ ਭਗਤ ਕੀਤਾ। ਸੱਤ ਉਹੀ ਹੈ ਜੋ ਸੀਤਾ ਕੀਤਾ। ਗ੍ਰਸਤ ਉਹੀ ਹੈ ਜੋ ਬਾਬੇ ਆਦਮ ਕੀਤਾ। ਇੰਨੀਆਂ ਸਿਫਤਾਂ ਸ਼ਾਹ ਸ਼ਰਬ ਕੀਤੀਆਂ। ਫਿਰ ਬਰਾਗ ਵਿੱਚ ਹੋ ਗਿਆ। ਫਿਰ ਸ਼ਬਦ ਬੋਲਿਆ, ਰਾਗ ਧਨਾਸਰੀ। ਮਹੱਲਾ ਪਹਿਲਾ ਚੱਕੜੀ। ਤਿਨ ਪੁੱਛੋ ਪੰਡਤ ਜੋਤਸ਼ੀ, ਪੀਆ ਕਾਬੂ ਮਲਾਵਾ ਹੋਏ ਸੀ। ਮਿਲ ਦਰਦ ਵਿਛੋੜਾ ਖਾਏ ਸੀ। ਤਪ ਰਹੀ ਸਮਾਇ ਜੀਉ ਬਲੇ, ਮੈਂ ਕੰਤ ਨ ਦੇਖਿਆ ਨੈਣ ਭਰੇ ਰਹਾਉ। ਨਿਤ ਕਾਂਗੇ ਉਡਾਵੋ ਬੇਨ ਰਹੋ, ਨਿਸਤਾਰੇ ਗਿਣਤੀ ਨਾ ਸਵਾਂ। ਜਿਵ ਲਵੈ ਬਬੀਹਾ ਤਿਵੈ ਲਵਾਂ, ਪਿਆ ਬਿਨ ਪਲ ਨਾ ਵਿਹਾਵੈ। ਜਾਂ ਜਲ ਬਿਨ ਮੀਨ ਤੜਫੜਾਵੈ, ਜਾਂ ਕੂੰਜ ਵਿਛੜੀ ਕਰ ਲਾਵੈ। ਸਿਗ ਸ਼ਰਫ ਨ ਥੀਓ ਉਤਾਵਲਾ, ਇਕ ਚੋਟ ਨ ਥੀਸਣ ਚਾਵਲਾ। ਕਿਆ ਦਾਨਸ਼ ਭੂਲਾ ਬਾਵਲਾ। ਜਵਾਬ ਨਾਨਕ ਸ਼ਾਹ। ਰਾਗ ਧਨਾਸਰੀ ਚੱਕੜੀ।
कर सहज सिंगार बनाई है, कर करनी काजल पाई है, मन मारन मांग भराई है, ह्यों कंत मिलावा होए सी, पुछो पंडित सियाणा जोए सी, शाह दर्द विछोड़ा खोए सी, शौ मिलिया तबत बुझाई है, दिग दर्शन नैन अकाई है, शौ मैली सद बुलाई है, जा भाना तां गल लाई है, क्यों कागे उडावो बन रहो, क्यों तारे गिनती दुख सहो, पी बूंद पिया चुप रहो, जो विछड़िया होवै गम दहो, कहे नानक तू सुन बावला, शाह शरफ न थियो तावला, क्यों दब्बा देवो चावला, कहे भूला फिरै उतावला। ਤਾਂ ਬਾਬੇ ਜੀ ਇਹ ਜਵਾਬ ਸਵਾਲ ਸਭ ਦਾ ਦਿੱਤਾ। ਸ਼ਾਹ ਸ਼ਰਫ ਦੇ ਮਨ ਵਿੱਚ ਸੰਤੋਖ ਆਇਆ, ਨਿਸ਼ਾ ਹੋਈ, ਉਹ ਚਰਨਾਂ ਦੇ ਢਹਿ ਪਿਆ, ਬਾਬੇ ਜੀ ਦੇ ਪੈਰੀ ਪਿਆ, ਵਿਦਿਆ ਹੋਏ, ਜਾ ਕਰ ਹਾਜੀਆਂ ਦੀ ਮਜਲਿਸ ਵਿੱਚ ਵੜਿਆ। ਹਾਜੀਆਂ ਸ਼ਾਹ ਸ਼ਰਫ ਨੂੰ ਪੁੱਛਿਆ, ਕਹੋ ਸ਼ਾਹ ਸ਼ਰਫ ਜੀ, ਫਕੀਰ ਪਾਸੋਂ ਫਕੀਰੀ ਦਾ ਜਵਾਬ ਪੁੱਛਿਆ। ਕਹੇ ਜੀ ਫਕੀਰ ਫਕੀਰੀ ਦੇ ਵਿੱਚ ਬਹੁਤ ਕਾਮਲ ਹੈ। ਇੰਨੇ ਨੂੰ ਬਾਬਾ ਜੀ ਵੀ ਹਾਜੀਆਂ ਜਾਣ ਵੜੇ, ਇਕੱਠੇ ਹੋ ਕੇ ਚੱਲੇ। ਹਾਜੀਆਂ ਆਪਸ ਵਿੱਚ ਆਖਿਆ, ਇਹ ਫਕੀਰ ਹਿੰਦੂ ਹੈ ਕਿ ਮੁਸਲਮਾਨ? ਇੱਕ ਹਾਜੀ ਪੁੱਛਿਆ, ਫਕੀਰ ਜੀ ਤੂੰ ਹਿੰਦੂ ਹੈ ਕਿ ਮੁਸਲਮਾਨ? ਬਾਬੇ ਜੀ ਆਖਿਆ, ਅਸੀਂ ਰੱਬ ਦੇ ਫਕੀਰ ਹਾਂ। ਹਾਜੀਆਂ ਆਖਿਆ, ਇਹ ਰਾਹ ਹਿੰਦੂਆਂ ਦਾ ਨਹੀਂ, ਹਿੰਦੂਆਂ ਦੀ ਹੱਦ ਦਵਾਰਕਾ ਤੱਕ ਹੈ, ਅੱਗੇ ਤੁਰਕਿਸਤਾਨ ਹੈ। ਕਿੰਨੀ ਕੁ ਮੁੱਦਤ ਵਿੱਚ ਦਵਾਰਕਾ ਜਾ ਪਹੁੰਚੇ, ਅੱਗੇ ਚੱਲੇ। ਫਿਰ ਹਾਜੀਆਂ ਆਖਿਆ, ਜੋ ਹਿੰਦੂ ਫਕੀਰ ਹੋ ਕੇ ਅੱਗੇ ਕਿਵੇਂ ਚੱਲੇਗਾ? ਅੱਗੇ ਇੱਕ ਜਗ੍ਹਾ ਆਵੇਗੀ, ਉੱਥੇ ਹਿੰਦੂਆਂ ਨੂੰ ਮਾਰ ਛੱਡਦੇ ਨੇ। ਜਿਨ੍ਹਾਂ ਮੁਸਲਮਾਨਾਂ ਨਾਲ ਹਿੰਦੂ ਜਾਂਦਾ ਉਹਨਾਂ ਨੂੰ ਵੀ ਉੱਥੋਂ ਦੇ ਹਾਜੀ ਬਜੇਗਾਰ ਕਰਦੇ। ਫਿਰ ਬਾਬਾ ਬੋਲਿਆ, ਜੀ ਉਹ ਜਗ੍ਹਾ ਆਵੇ, ਉੱਥੇ ਸਾਨੂੰ ਛੱਡ ਜਾਣਾ, ਅਸੀਂ ਆਪਣਾ ਆਪ ਬਚਾ ਲਵਾਂਗੇ। ਫਿਰ ਹਾਜੀਆਂ ਆਖਿਆ, ਜੀ ਤੁਹਾਡੇ ਨਾਲ, ਤੁਸੀਂ ਸਾਡੇ ਨਾਲ ਨਾ ਆਓ। ਬਾਬਾ ਜੀ ਉੱਥੇ ਹੀ ਬਹਿ ਗਏ। ਕਹਿਣ ਲੱਗੇ, ਮਰਦਾਨਿਆਂ, ਇਹਨਾਂ ਹਾਜੀਆਂ ਤਾਈਂ ਜਾਣਦੇ, ਜੇ ਤੇਰੇ ਨਸੀਬ ਹਜ ਕਾਬੇ ਦੀ ਹੈ ਅਸੀਂ ਵੀ ਜਾਵਾਂਗੇ। ਮਰਦਾਨਿਆਂ, ਇਹ ਐਸਾ ਹੈ, ਜੇ ਮਿਹਰ ਮੁਹੱਬਤ ਖਿਦਮਤ ਕਰਦੇ ਜਾਈਏ ਤਾਂ ਫੈਜ਼ ਪਾਈਦਾ, ਜਾਂ ਹੁਜਤ ਹਾਸਾ ਮਸਕਰੀ ਰੰਜ ਕਰਦਿਆਂ ਜਾਈਏ ਤਾਂ ਹਾਜੀ ਨਹੀਂ ਹੋਈਦਾ। ਫਿਰ ਹਾਜੀਆਂ ਆਖਿਆ, ਜੋ ਹਾਜੀ ਕਿਵੇਂ ਹੋਈਦਾ? ਮਿਹਰ ਕਿਵੇਂ ਕਰੀਏ? ਉਹ ਅਮਲ ਕਿਹੜੇ ਨੇ ਜਿਨ੍ਹਾਂ ਅਮਲਾ ਕਰਕੇ ਹਜ ਦਰੁਸਤ ਹੋਵੇ? ਤਾਂ ਬਾਬੇ ਨਾਨਕ ਜੀ ਹਾਜ਼ਰਨਾਮਾ ਕੀਤਾ। ਬੋਲਣਾ ਜੀ, ਸਤਿਨਾਮ। ਸ਼੍ਰੀ ਵਾਹਿਗੁਰੂ।